ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ। ਮੈਂ ਹਾਂ ਸ਼ੀਤਲ ਠਾਕੁਰ। ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ। ਆਓ ਸ਼ੁਰੂਆਤ ਕਰਦੇ ਹਾਂ ਇਹਨਾਂ ਛੋਟੀਆਂ ਖਬਰਾਂ ਤੋਂ। ਚੀਨ ਨੂੰ ਟੱਕਰ ਦੇਣ ਦੇ ਲਈ ਅਮਰੀਕਾ ਕਰੇ ਭਾਰਤ ਦੇ ਨਾਲ ਗੱਠ ਜੋੜ ਕੇ ਨਿੱਕੀ ਹੈਲੀ ਨੇ ਸ਼ਿਕਾਗੋ ਹਵਾਈ ਅੱਡੇ ਤੇ 3 ਮਹੀਨੇ ਤੱਕ ਰੁਕੇ ਰਹੇ ਭਾਰਤੀ ਨੂੰ ਅਦਾਲਤ ਨੇ ਕੀਤਾ ਬਰੀ। ਅਮਰੀਕਾ ਦੇ ਵਿੱਚ ਬੱਚਿਆਂ ਨੂੰ ਫਾਈਜ਼ਰ ਟੀਕੇ ਦੀ ਘੱਟ ਮਾਤਰਾ ਦੇ ਵਿੱਚ ਖੁਰਾਕ ਦੇਣ ਦੀ ਸਿਫਾਰਿਸ਼। ਉਮੀਦ ਨਾਲੋਂ ਪਹਿਲਾਂ ਹੋ ਸਕਦਾ ਵਿਆਜ ਦਰਾਂ ਦੇ ਵਿੱਚ ਵਾਧਾ, ਕਿਹਾ ਬੈਂਕ ਆਫ ਕੈਨੇਡਾ ਨੇ। ਮੂਲ ਵਾਸੀ ਲੋਕਾਂ ਨੇ ਪੌਪ ਤੋਂ ਮੁਆਫੀ ਦੇ ਨਾਲ ਮੁਆਵਜ਼ੇ ਦੀ ਕੀਤੀ ਮੰਗ। ਹਮਲੇ ਦੇ ਸੰਬੰਧ ਦੇ ਵਿੱਚ ਪੀਲ ਪੁਲਿਸ ਆਫੀਸਰ ਪਵਨ ਸੰਧੂ ਨੂੰ ਕੀਤਾ ਗਿਆ ਗ੍ਰਿਫਤਾਰ। ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਫੋਰਸਾਂ ਨੇ ਬਾਰਾਮੂਲਾ ਦੇ ਵਿੱਚ ਇੱਕ ਅੱਤਵਾਦੀ ਕੀਤਾ ਢੇਰ। ਬੈਠਕ ਦੇ ਵਿੱਚ ਬੋਲੇ ਨਿਹੰਗ, 80% ਲੋਕਾਂ ਨੇ ਸਾਨੂੰ ਇੱਥੇ ਡਟੇ ਰਹਿਣ ਦੇ ਲਈ ਕਿਹਾ, ਹੁਣ ਨਹੀਂ ਜਾਵਾਂਗੇ। ਅਗਨੀ 5 ਮਿਜ਼ਾਈਲ ਦਾ ਸਫਲ ਪ੍ਰੀਖਣ 5000 ਕਿਲੋਮੀਟਰ ਤੱਕ ਕਰਦੀ ਹੈ ਮਾਰ। ਹਰਿਆਣਾ ਦੇ ਵਿੱਚ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਹੋਈ ਮੌਤ। ਫਰੀਦਕੋਟ ਦੇ ਵਿੱਚ ਵਧਿਆ ਡੇਂਗੂ ਦਾ ਕਹਿਰ, ਸਿਵਲ ਹਸਪਤਾਲ ਸਟਾਫ ਦੇ 4 ਮੈਂਬਰ ਡੇਂਗੂ ਪੋਜ਼ਿਟਿਵ। ਆਜ਼ਾਦੀ ਤੋਂ ਬਾਅਦ ਸਭ ਤੋਂ ਸਫਲ ਪ੍ਰਧਾਨ ਮੰਤਰੀ ਹਨ ਮੋਦੀ, ਕਿਹਾ ਅਮਿਤ ਸ਼ਾਹ ਨੇ। ਸ਼ਾਹ ਨੂੰ ਮਿਲਣ ਦਿੱਲੀ ਪੁੱਜੇ ਅਮਰਿੰਦਰ, ਸ਼ਾਮ ਨੂੰ ਕਿਸਾਨ ਅੰਦੋਲਨ ਤੇ ਕਰਨਗੇ ਚਰਚਾ। ਕੈਪਟਨ ਦੇ ਐਲਾਨ ਪਿੱਛੋਂ ਕਾਂਗਰਸ ਨੂੰ ਪਈਆਂ ਭਾਜੜਾਂ, ਸੀਐਮ ਚੰਨੀ ਨੂੰ ਅਚਾਨਕ ਸੱਦਿਆ ਗਿਆ ਦਿੱਲੀ। ਹੁਣ ਖਬਰਾਂ ਵਿਸਥਾਰ ਨਾਲ। ਸੰਯੁਕਤ ਰਾਸ਼ਟਰ ਦੇ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਅਤੇ ਸੰਸਦ ਮੈਂਬਰ ਮਾਈਕ ਵਾਲਟਰਸ ਨੇ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਗੱਠ ਜੋੜ ਦਾ ਸੱਦਾ ਕਰਦਿਆਂ ਹੋਇਆਂ ਕਿਹਾ ਕਿ ਇਸ ਦੇ ਨਾਲ ਦੋਨੋਂ ਦੇਸ਼ਾਂ ਨੂੰ ਖੇਤਰ ਦੇ ਵਿੱਚ ਚੀਨ ਦੇ ਹਮਲਾਵਰ ਰੁਖ ਆਪਣੀ ਸੰਸਾਰਿਕ ਤਾਕਤ ਬਰਕਰਾਰ ਰੱਖਣ ਅਤੇ ਵਿਸਥਾਰ ਦੇਣ ਦੇ ਵਿੱਚ ਮਦਦ ਮਿਲੇਗੀ। ਹੈਲੀ ਅਤੇ ਵਾਲਟਸ ਨੇ ਵੱਕਾਰੀ ਫੋਰਨ ਪਾਲਿਸੀ ਰਸਾਲੇ ਦੇ ਤਾਜ਼ਾ ਐਡੀਸ਼ਨ ਦੇ ਵਿੱਚ ਲਿਖਿਆ ਹੈ ਕਿ 10 ਲੱਖ ਤੋਂ ਜ਼ਿਆਦਾ ਫੌਜੀ ਬਲਾਂ ਦੇ ਲਈ ਇੱਕ ਪਰਮਾਣੂ ਸ਼ਕਤੀ, ਮਜ਼ਬੂਤ ਸਮੁੰਦਰੀ ਫੌਜ ਅਤੇ ਚੋਟੀ ਪੱਧਰੀ ਪੁਲਾੜ ਪ੍ਰੋਗਰਾਮ ਸੰਪੰਨ ਅਤੇ ਅਮਰੀਕਾ ਦੇ ਇੱਕ ਪੁਰਾਣੇ ਆਰਥਿਕ ਅਤੇ ਫੌਜੀ ਸਹਿਯੋਗੀ ਦੇ ਰੂਪ ਦੇ ਵਿੱਚ ਭਾਰਤ ਇੱਕ ਮਜ਼ਬੂਤ ਸਾਂਝੇਦਾਰ ਵੀ ਬਣੇਗਾ। ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਵਾਪਸੀ ਤੋਂ ਬਾਅਦ ਸਿਰਫ ਭਾਰਤ ਦੀ ਉੱਥੇ ਅਤੇ ਚੀਨ ਦੀਆਂ ਸਰਗਰਮੀਆਂ ਤੇ ਪ੍ਰਭਾਵੀ ਢੰਗ ਦੇ ਨਾਲ ਨਜ਼ਰ ਰੱਖ ਸਕਦਾ ਹੈ। ਉਧਰ ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਵਿਅਕਤੀ ਨੂੰ ਗੈਰ ਅਧਿਕਾਰਿਤ ਦਾਖਲੇ ਦੇ ਮਾਮਲੇ ਤੋਂ ਬਰੀ ਕਰ ਦਿੱਤਾ, ਜੋ ਕਿ ਕੋਵਿਡ-19 ਦੇ ਡਰੋਂ ਭਾਰਤ ਜਾਣ ਦੀ ਬਜਾਏ ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਟਰਮੀਨਲ ਦੇ ਵਿੱਚ 3 ਮਹੀਨਿਆਂ ਤੱਕ ਰੁਕਿਆ ਰਿਹਾ। ਸ਼ਿਕਾਗੋ ਦੀ ਰਿਪੋਰਟ ਦੇ ਮੁਤਾਬਕ ਕੁਕ ਕਾਉਂਟੀ ਦੇ ਜੱਜ ਐਂਡਰਨ ਡੇਵਿਸ ਨੇ ਇਸ ਹਫ਼ਤੇ ਅਦਿੱਤਿਆ ਸਿੰਘ, ਜੋ ਕਿ 37 ਸਾਲਾਂ ਦੇ ਸਨ, ਉਹਨਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ। ਹਾਲਾਂਕਿ ਹੁਣ ਸਿੰਘ ਨੂੰ ਸ਼ੁੱਕਰਵਾਰ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ, ਕਿਉਂਕਿ ਉਸ ਦੇ ਅਣਅਧਿਕਾਰਿਤ ਦਾਖਲੇ ਦੇ ਦੋਸ਼ ਲੱਗਣ ਤੋਂ ਬਾਅਦ ਇਲੈਕਟ੍ਰੋਨਿਕਲ ਨਿਗਰਾਨੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਸਿੰਘ ਨੂੰ 16 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਿਕਾਗੋ ਹਵਾਬਾਜ਼ੀ ਵਿਭਾਗ ਦੇ ਵੱਲੋਂ ਹਵਾਈ ਅੱਡੇ ਦੀ ਸੁਰੱਖਿਆ ਦਾ ਕੰਮ ਸੰਭਾਲਣ ਵਾਲੇ ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਨੇ ਕਿਹਾ ਕਿ ਸਿੰਘ ਨੇ ਹਵਾਈ ਅੱਡੇ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ। ਹਵਾਬਾਜ਼ੀ ਵਿਭਾਗ ਦੇ ਬੁਲਾਰੇ ਕ੍ਰਿਸਟੀਨ ਕੈਰੀਨੋ ਨੇ ਕਿਹਾ ਕਿ ਸਿੰਘ ਨੇ ਕੋਈ ਉਲੰਘਣਾ ਨਹੀਂ ਕੀਤੀ ਹੈ ਅਤੇ ਨਾ ਹੀ ਉਹ ਗਲਤ ਤਰੀਕੇ ਦੇ ਨਾਲ ਕਿਸੇ ਸੁਰੱਖਿਅਤ ਖੇਤਰ ਦੇ ਵਿੱਚ ਦਾਖਲ ਹੋਏ। ਉਹ ਉੱਥੇ ਹਜ਼ਾਰਾਂ ਯਾਤਰੀਆਂ ਦੇ ਵਾਂਗ ਆਇਆ ਸੀ ਜੋ ਹਰ ਰੋਜ਼ ਆਉਂਦੇ ਨੇ। ਸਿੰਘ ਲਗਭਗ 6 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਆਏ ਸਨ ਅਤੇ ਕੈਲੀਫੋਰਨੀਆ ਦੇ ਔਰੰਜ ਦੇ ਵਿੱਚ ਰਹਿੰਦੇ ਨੇ। ਉਸਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਭਾਰਤ ਵਾਪਸੀ ਦੀ ਯਾਤਰਾ ਦੇ ਪਹਿਲੇ ਸਟਾਪ ਦੇ ਵੱਲੋਂ ਲਾਸ ਐਂਜਲਸ ਤੋਂ ਸ਼ਿਕਾਗੋ ਦੇ ਲਈ ਉਡਾਣ ਭਰੀ ਸੀ। ਸਿੰਘ ਨੂੰ ਜਨਵਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਯੂਨਾਈਟਿਡ 에ਅਰਲਾਈਨਸ ਦੇ 2 ਕਰਮਚਾਰੀਆਂ ਨੇ ਪਾਇਆ ਕਿ ਉਸਨੇ ਉਹੀ ਬੈਜ ਪਾਇਆ ਹੋਇਆ ਹੈ ਜਿਸ ਬਾਰੇ ਕੁਝ ਸਮਾਂ ਪਹਿਲਾਂ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ 에ਅਰਪੋਰਟ ਤੇ ਰੁਕਿਆ ਕਿਉਂਕਿ ਉਹ ਕੋਰੋਨਾ ਵਾਇਰਸ ਦੇ ਡਰ ਦੇ ਕਾਰਨ ਜਹਾਜ਼ ਤੇ ਨਹੀਂ ਸੀ ਚੜ੍ਹਨਾ ਚਾਹੁੰਦਾ। 3 ਮਹੀਨੇ ਤੱਕ ਅਣਪਛਾਤੇ ਲੋਕਾਂ ਨੇ ਉਸਨੂੰ ਖਾਣਾ ਦਿੱਤਾ। ਉਧਰ ਲੱਖਾਂ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਦਿਸ਼ਾ ਦੇ ਵਿੱਚ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ, ਕਿਉਂਕਿ ਸਰਕਾਰ ਦੇ ਸਲਾਹਕਾਰਾਂ ਦੀ ਇੱਕ ਕਮੇਟੀ ਨੇ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਫਾਈਜ਼ਰ ਟੀਕੇ ਦੀ ਘੱਟ ਮਾਤਰਾ ਦੀ ਖੁਰਾਕ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮੇਟੀ ਨੇ ਕਿਹਾ ਕਿ ਬੱਚਿਆਂ ਦੇ ਵਿੱਚ ਕਿਸੇ ਖਾਸ ਤਰ੍ਹਾਂ ਦੇ ਖਤਰੇ ਦੀ ਸ਼ੰਕਾ ਨਹੀਂ ਹੈ ਤੇ ਖੁਰਾਕ ਦੀ ਮਾਤਰਾ ਵਧਾਏ ਜਾਣ ਤੇ ਵੀ ਨਾਬਾਲਗਾਂ ਦੇ ਵਿੱਚ ਦਿਲ ਸੰਬੰਧੀ ਉਲਟ ਪ੍ਰਭਾਵ ਦੇ ਮਾਮਲੇ ਬਹੁਤ ਹੀ ਦੁਰਲਭ ਨੇ। ਬਾਲਗਾਂ ਦੀ ਤੁਲਨਾ ਦੇ ਵਿੱਚ ਬੱਚਿਆਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਬਹੁਤ ਘੱਟ ਹੈ, ਪਰ ਕਮੇਟੀ ਦੇ ਮੈਂਬਰਾਂ ਨੇ ਇਸ ਦਾ ਫੈਸਲਾ ਲੈਣ ਦਾ ਅਧਿਕਾਰ ਮਾਪਿਆਂ ਤੇ ਛੱਡਣ ਦਾ ਫੈਸਲਾ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਟੀਕਾ ਦਿਵਾਉਣਾ ਚਾਹੁੰਦੇ ਨੇ। FDA ਦੇ ਸਲਾਹਕਾਰ ਅਤੇ ਅਰੰਕਸਾਸ ਯੂਨੀਵਰਸਿਟੀ ਦੇ ਨਾਲ ਜੁੜੇ ਜੀਨੇਟਲੀ ਨੇ ਕਿਹਾ ਹੈ ਕਿ ਵਾਇਰਸ ਕਿਤੇ ਨਹੀਂ ਰਿਹਾ, ਸਾਨੂੰ ਇਸ ਦੇ ਨਾਲ ਵੀ ਰਹਿਣਾ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਵੈਕਸੀਨ ਨੇ ਰਸਤਾ ਦਿਖਾਇਆ ਹੈ। ਕਮੇਟੀ ਦੇ ਸਲਾਹਕਾਰ ਅਤੇ ਹਾਰਵਰਡ ਯੂਨੀਵਰਸਿਟੀ ਦੇ ਨਾਲ ਜੁੜੇ ਡਾਕਟਰ ਐਰਿਕ ਰੂਬਿਨ ਨੇ ਕਿਹਾ ਕਿ ਇਹ ਕੋਈ ਅੰਤਿਮ ਫੈਸਲਾ ਨਹੀਂ ਹੈ। ਟੀਕਾ ਦਿੱਤੇ ਜਾਣ ਤੇ ਵੀ ਪਤਾ ਚੱਲੇਗਾ ਕਿ ਇਹ ਕਿੰਨਾ ਕੁ ਸੁਰੱਖਿਅਤ ਹੈ। ਉਧਰ ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਪਹਿਲਾਂ ਕੀਤੀ ਗਈ ਪੇਸ਼ਨਗੋਈ ਤੋਂ ਉਲਟ ਮਹਿੰਗਾਈ ਪਹਿਲਾਂ ਨਾਲੋਂ ਵੱਧ ਸਮੇਂ ਲਈ ਰਹੇਗੀ। ਬੈਂਕ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਵਿਆਜ ਦਰਾਂ ਦੇ ਵਿੱਚ ਵਾਧਾ ਵੀ ਉਮੀਦ ਦੇ ਨਾਲੋਂ ਪਹਿਲਾਂ ਹੋਵੇਗਾ। ਬੈਂਕ ਨੇ ਆਖਿਆ ਕਿ ਸਾਲਾਨਾ ਮਹਿੰਗਾਈ ਦਰ ਦੇ ਵਿੱਚ ਵਾਧਾ ਸਾਰਾ ਸਾਲ ਬਣਿਆ ਰਹੇਗਾ। ਔਸਤਨ ਇਹ 4.75% ਰਹੇਗਾ ਤੇ ਅਗਲੇ ਸਾਲ ਇਸ ਦੇ 3.4% ਰਹਿਣ ਦੀ ਵੀ ਸੰਭਾਵਨਾ ਹੈ। ਫਿਰ 2023 ਤੱਕ ਇਹ 2% ਉੱਤੇ ਮੁੜ ਆਵੇਗੀ। ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁਣ ਪਿੱਛੇ ਸਪਲਾਈ ਚੇਨ ਦੇ ਵਿੱਚ ਪੈਣ ਵਾਲੇ ਅੜਿੱਕੇ ਜ਼ਿੰਮੇਵਾਰ ਨੇ। ਇਸ ਦੇ ਨਾਲ ਕੰਪਨੀਆਂ ਲਈ ਕੀਮਤਾਂ ਵਧੀਆਂ ਨੇ ਤੇ ਜਿਨ੍ਹਾਂ ਵਸਤਾਂ ਦੀ ਵਧੇਰੇ ਡਿਮਾਂਡ ਹੈ ਉਹਨਾਂ ਦੀ ਸਪਲਾਈ ਸੀਮਿਤ ਹੋਈ ਹੈ। ਬੈਂਕ ਨੂੰ ਇਹ ਵੀ ਡਰ ਹੈ ਕਿ ਇਸ ਸਾਲ ਦੇ ਅੰਤ ਦੇ ਵਿੱਚ ਸਪਲਾਈ
ਸੰਬੰਧੀ ਦਿੱਕਤਾਂ ਵੱਧ ਸਕਦੀਆਂ ਨੇ। ਇਸ ਦੇ ਨਾਲ ਹੀ ਗੈਸੋਲੀਨ ਅਤੇ ਨੈਚੁਰਲ ਗੈਸ ਦੀਆਂ ਕੀਮਤਾਂ ਦੇ ਵਿੱਚ ਹੋ ਰਹੇ ਵਾਧੇ ਦੇ ਕਾਰਨ ਵੀ ਦਬਾਅ ਬਣਿਆ ਹੋਇਆ ਹੈ। ਬੈਂਕ ਨੇ ਆਖਿਆ ਕਿ ਵਿਆਜ ਦਰਾਂ ਦੇ ਵਿੱਚ ਵਾਧਾ 2022 ਦੀ ਦੂਸਰੀ ਛਿਮਾਈ ਦੇ ਵਿੱਚ ਸ਼ੁਰੂ ਹੋ ਸਕਦਾ ਹੈ। ਸੈਂਟਰਲ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਵਿਡ-19 ਮਾਮਲਿਆਂ ਦੇ ਵਿੱਚ ਮੁੜ ਵਾਧਾ ਹੁੰਦਾ ਹੈ ਤਾਂ ਆਰਥਿਕ ਵਿਕਾਸ ਦੀ ਰਫ਼ਤਾਰ ਮੁੜ ਘੱਟ ਹੋ ਸਕਦੀ ਹੈ। ਉਧਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਕੈਥੋਲਿਕ ਚਰਚ ਦੀ ਭੂਮਿਕਾ ਦੇ ਲਈ ਮਾਫੀ ਮੰਗਣ ਦੀ ਉੱਠ ਰਹੀ ਮੰਗ ਦੇ ਦਰਮਿਆਨ ਪੋਪ ਫ੍ਰਾਂਸਿਸ ਕੈਨੇਡਾ ਦਾ ਦੌਰਾ ਕਰ ਰਹੇ ਨੇ। ਇਸ ਸੰਬੰਧੀ ਮੂਲ ਵਾਸੀ ਆਗੂਆਂ ਦਾ ਕਹਿਣਾ ਹੈ ਕਿ ਸੁਲ੍ਹਾ ਦਾ ਅਸਲ ਦੇ ਵਿੱਚ ਅਸਰ ਹੋਣ ਦੇ ਲਈ ਪੋਪ ਦਾ ਇਹ ਦੌਰਾ ਸਿਰਫ ਅੱਖਾਂ ਪੂੰਝਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਮਾਫੀ ਦੇ ਨਾਲ-ਨਾਲ ਮੁਆਵਜ਼ਾ ਵੀ ਸਾਨੂੰ ਮਿਲਣਾ ਚਾਹੀਦਾ। ਇੱਕ ਬਿਆਨ ਜਾਰੀ ਕਰਦਿਆਂ ਬੁੱਧਵਾਰ ਨੂੰ ਵੈਟੀਕਨ ਨੇ ਆਖਿਆ ਹੈ ਕਿ ਪੋਪ ਫ੍ਰਾਂਸਿਸ ਕੈਨੇਡਾ ਦਾ ਦੌਰਾ ਕਰਨਾ ਚਾਹੁੰਦੇ ਨੇ। ਜ਼ਿਕਰਯੋਗ ਹੈ ਕਿ ਕੈਨੇਡੀਅਨ ਕਾਨਫਰੰਸ ਆਫ ਕੈਥੋਲਿਕ ਬਿਸ਼ਪਸ ਵੱਲੋਂ ਮੂਲ ਵਾਸੀ ਲੋਕਾਂ ਦੇ ਨਾਲ ਸੁਲ੍ਹਾ ਦੀ ਕਵਾਇਦ ਨੂੰ ਪੂਰਾ ਕਰਨ ਦੇ ਲਈ ਪੋਪ ਫ੍ਰਾਂਸਿਸ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਲਈ ਪੋਪ ਨੇ ਭਰੀ ਹੈ। 2015 ਦੇ ਵਿੱਚ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ 94 ਸਿਫਾਰਿਸ਼ਾਂ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚੋਂ ਇਹ ਇੱਕ ਸੀ ਕਿ ਕੈਥੋਲਿਕ ਚਰਚ ਦੀ ਭੂਮਿਕਾ ਦੇ ਲਈ ਪੋਪ ਮਾਫੀ ਮੰਗੇ। ਰਾਈਸਨ ਯੂਨੀਵਰਸਿਟੀ ਦੇ ਵਿੱਚ ਇੰਡੀਜੀਨੀਅਸ ਗਵਰਨੈਂਸ ਦੀ ਚੇਅਰ ਪੈਮ ਪਾਲਮਾਟਰ ਨੇ ਆਖਿਆ ਹੈ ਕਿ ਪੋਪ ਫ੍ਰਾਂਸਿਸ ਦੇ ਲਈ ਸਿਰਫ ਕੈਨੇਡਾ ਦਾ ਦੌਰਾ ਕਰਨਾ ਹੀ ਕਾਫੀ ਨਹੀਂ ਹੋਵੇਗਾ। ਉਹਨਾਂ ਨੇ ਆਖਿਆ ਕਿ TRC ਸਿਰਫ ਇਹ ਨਹੀਂ ਕਹਿੰਦਾ ਕਿ ਪੋਪ ਕੈਨੇਡਾ ਦਾ ਦੌਰਾ ਕਰਨ। ਪੋਪ ਨੂੰ ਮਾਫੀ ਮੰਗਣ ਦੇ ਨਾਲ-ਨਾਲ ਮੂਲ ਵਾਸੀਆਂ ਦੇ ਲਈ ਫੰਡ ਵੀ ਦੇਣੇ ਚਾਹੀਦੇ ਨੇ ਤੇ ਮਾਰੇ ਗਏ ਬੱਚਿਆਂ ਦੇ ਘਰ ਵਾਲਿਆਂ ਨੂੰ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ। ਉਧਰ ਬ੍ਰੈਂਪਟਨ ਦੇ ਵਿੱਚ ਵਾਪਰੀ ਇੱਕ ਘਟਨਾ ਦੇ ਸੰਬੰਧ ਦੇ ਵਿੱਚ ਪੀਲ ਪੁਲਿਸ ਅਧਿਕਾਰੀ ਨੂੰ ਹਮਲੇ ਸੰਬੰਧੀ ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ। ਪੀਲ ਪੁਲਿਸ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਕੋਈ ਖਾਸ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ ਕਿ ਇਹ ਘਟਨਾ ਕਦੋਂ ਵਾਪਰੀ, ਪਰ ਇਹ ਪਤਾ ਲੱਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਬੰਧਿਤ ਪੁਲਿਸ ਅਧਿਕਾਰੀ ਛੁੱਟੀ ਤੇ ਸਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਆਖਿਆ ਹੈ ਕਿ ਉਹਨਾਂ ਨੇ ਇੰਟਰਨਲ ਅਫੇਅਰਸ ਬਿਊਰੋ ਦੇ ਵੱਲੋਂ 26 ਅਕਤੂਬਰ ਨੂੰ ਕਾਂਸਟੇਬਲ ਪਵਨ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਉੱਤੇ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ ਤੇ ਧਮਕੀਆਂ ਦੇਣ ਦਾ ਮਾਮਲਾ ਵੀ ਦਰਜ ਕੀਤਾ ਗਿਆ। ਪਿਛਲੇ 5 ਸਾਲਾਂ ਤੋਂ ਪੁਲਿਸ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਸੰਧੂ ਨੂੰ ਪੁਲਿਸ ਸਰਵਿਸਿਜ਼ ਐਕਟ ਤਹਿਤ ਸਸਪੈਂਡ ਕਰ ਦਿੱਤਾ ਗਿਆ। ਉਸ ਨੂੰ ਅਗਲੇ ਸਾਲ 10 ਜਨਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਆਖਿਆ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਸੰਧੂ ਦੇ ਸੰਬੰਧ ਦੇ ਵਿੱਚ ਪੁਲਿਸ ਸਰਵਿਸਿਜ਼ ਐਕਟ ਸੰਬੰਧੀ ਜਾਂਚ ਕੀਤੀ ਜਾਵੇਗੀ। ਉਧਰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਵੀਰਵਾਰ ਸਵੇਰੇ ਸੁਰੱਖਿਆ ਫੋਰਸਾਂ ਦੇ ਨਾਲ ਹੋਈ ਗੋਲੀਬਾਰੀ ਦੇ ਵਿੱਚ ਇੱਕ ਸਥਾਨਕ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਬਾਰਾਮੂਲਾ ਸ਼ਹਿਰ ਦੇ ਬਾਹਰੀ ਇਲਾਕੇ ਦੇ ਵਿੱਚ ਚੇਰਜ਼ਾਰੀ ਦੇ ਵਿੱਚ ਫੌਜ ਅਤੇ ਪੁਲਿਸ ਦਲ ਦੇ ਨਾਲ ਹੋਈ ਗੋਲੀਬਾਰੀ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਟਵੀਟ ਕਰਕੇ ਕਿਹਾ ਕਿ ਅੱਤਵਾਦੀ ਦੇ ਬਾਰਾਮੂਲਾ ਦੇ ਚੇਰਜ਼ਾਰੀ ਦੇ ਵਿੱਚ ਫੌਜ ਅਤੇ ਪੁਲਿਸ ਦੇ ADP ਤੇ ਗੋਲੀਬਾਰੀ ਕੀਤੀ। ਚੌਕਸ ਜਵਾਨਾਂ ਦੀ ਕਾਰਵਾਈ ਦੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਪੁਲਿਸ ਨੂੰ ਉਸ ਕੋਲੋਂ ਇੱਕ ਪਿਸਟਲ, ਲੋਡੇਡ ਮੈਗਜ਼ੀਨ ਅਤੇ ਪਾਕਿਸਤਾਨ ਦੇ ਵਿੱਚ ਬਣਿਆ ਹੱਥ ਗੋਲਾ ਬਰਾਮਦ ਹੋਇਆ। ਪੁਲਿਸ ਟਵਿੱਟਰ ਤੇ ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਹਵਾਲੇ ਤੋਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਵਾਨੀ ਕੁਲਗਾਮ ਵਾਸੀ ਦੇ ਰੂਪ ਦੇ ਵਿੱਚ ਹੋਈ ਹੈ। ਉਸਨੇ 2 ਅਕਤੂਬਰ ਨੂੰ ਕੁਲਗਾਮ ਦੇ ਵਾਨਪੋ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਕਤਲ ਨੂੰ ਲੈ ਕੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਉਹ ਬਾਰਾਮੂਲਾ ਦੇ ਵਿੱਚ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਸਨ। ਸੁਰੱਖਿਆ ਫੋਰਸਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਮੁਹਿੰਮ ਦੇ ਅਧੀਨ ਇਸ ਮਹੀਨੇ 19 ਆਤੰਕਵਾਦੀ ਮਾਰੇ ਗਏ ਨੇ। ਉਧਰ 15 ਅਕਤੂਬਰ ਨੂੰ ਸਿੰਘੂ ਦੀ ਸਰਹੱਦ ਤੇ ਇੱਕ ਨੌਜਵਾਨ ਦੀ ਹੋਈ ਹੱਤਿਆ ਦੇ ਮਾਮਲੇ ਪਿੱਛੋਂ ਨਿਸ਼ਾਨੇ ਤੇ ਆਏ ਨਿਹੰਗ ਸਿੰਘਾਂ ਨੇ ਉੱਥੋਂ ਵਾਪਸ ਜਾਣ ਜਾਂ ਫਿਰ ਨਾ ਜਾਣ ਦੇ ਫੈਸਲੇ ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾਈ ਹੈ। ਨਿਹੰਗ ਸਿੰਘਾਂ ਤੇ ਉਹਨਾਂ ਦੀ ਹਮਾਇਤ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ 80% ਲੋਕਾਂ ਨੇ ਰਾਏਸ਼ੁਮਾਰੀ ਦੇ ਵਿੱਚ ਉਹਨਾਂ ਨੂੰ ਹੱਦ ਤੇ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ। ਹੁਣ ਉਹ ਉੱਥੋਂ ਨਹੀਂ ਜਾਣਗੇ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਸ ਕਾਲ ਤੇ ਪੂਰਾ ਪੰਜਾਬ ਇਸ ਬਾਰਡਰ ਤੇ ਆ ਜਾਵੇਗਾ। ਕਿਸਾਨ ਮੋਰਚੇ ਦੇ ਕੁਝ ਆਗੂਆਂ ਨੂੰ ਛੱਡ ਕੇ ਬਾਕੀ ਸਭ ਕਿਸਾਨ ਉਹਨਾਂ ਦੇ ਨਾਲ ਨੇ। ਇਸ ਫੈਸਲੇ ਦਾ ਰਸਮੀ ਐਲਾਨ ਨਿਹੰਗ ਸਿੰਘਾਂ ਦੇ ਵੱਲੋਂ 28 ਅਕਤੂਬਰ ਨੂੰ ਸ਼ਾਮ 4 ਵਜੇ ਦੇ ਆਸ-ਪਾਸ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਏਗਾ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਨਿਹੰਗਾਂ ਦੀ ਬੈਠਕ ਦੇ ਵਿੱਚ ਹਿੱਸਾ ਲੈਣ ਤੋਂ ਸਾਫ਼ ਨਾ ਕਰ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਪੱਲਾ ਝਾੜਨ ਪਿੱਛੋਂ ਨਿਸ਼ਾਨੇ ਤੇ ਆਏ ਨਿਹੰਗ ਜਥੇਦਾਰਾਂ ਨੇ ਸਿੰਘੂ ਦੀ ਹੱਦ ਤੋਂ ਵਾਪਸ ਜਾਣ ਨੂੰ ਲੈ ਕੇ ਫੈਸਲਾ ਕਰਨ ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾਉਣ ਦਾ ਫੈਸਲਾ ਲਿਆ ਸੀ। ਉਸ ਆਧਾਰ ਤੇ ਵੀ ਅੱਗੇ ਕਦਮ ਚੁੱਕਣ ਦੀ ਗੱਲ ਕਹੀ ਹੈ। ਬੁੱਧਵਾਰ ਲਗਭਗ 4 ਘੰਟੇ ਤੱਕ ਨਿਹੰਗ ਸਿੰਘਾਂ ਦੀ ਬੈਠਕ ਹੋਈ, ਜਿਸ ਦੇ ਵਿੱਚ ਹੋਰਨਾਂ ਸੰਗਠਨਾਂ ਦੇ ਕਈ ਮੁਖੀ ਵੀ ਸ਼ਾਮਲ ਸਨ। ਇਸ ਦੌਰਾਨ ਦੱਸਿਆ ਗਿਆ ਕਿ ਆਨਲਾਈਨ ਅਤੇ ਆਫਲਾਈਨ ਹੋਈ ਰਾਏਸ਼ੁਮਾਰੀ ਦੇ ਵਿੱਚ ਹੁਣ ਤੱਕ ਮਿਲੇ ਸੁਝਾਵਾਂ ਦੇ ਵਿੱਚੋਂ 80% ਲੋਕਾਂ ਨੇ ਨਿਹੰਗ ਸਿੰਘਾਂ ਨੂੰ ਕਿਹਾ ਕਿ ਉਹ ਧਰਨੇ ਤੇ ਵਾਪਸ ਨਾ ਆਉਣ। ਉਧਰ ਸੱਤਾ ਤੋਂ ਸੱਤਾ ਤੇ ਮਾਰ ਕਰਨ ਵਾਲੇ ਬਾਲਿਸਟਿਕ ਮਿਜ਼ਾਈਲ ਅਗਨੀ 5 ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਓਡੀਸ਼ਾ ਦੇ APJ ਅਬਦੁਲ ਕਲਾਮ ਟਾਪੂ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸ ਦੀ ਜਾਣਕਾਰੀ ਭਾਰਤ ਸਰਕਾਰ ਨੇ ਦਿੱਤੀ ਹੈ। ਅਗਨੀ 5 3 ਪੜਾਵਾਂ ਦੇ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਹੈ। ਇਹ ਮਿਜ਼ਾਈਲ ਉੱਚ ਸਟੀਕਤਾ ਦੇ ਨਾਲ 5000 ਕਿਲੋਮੀਟਰ ਤੱਕ ਦੇ ਟੀਚੇ ਨੂੰ ਮਾਰ ਕਰਨ ਦੇ ਸਮਰੱਥ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਜ਼ਮੀਨ ਦੇ ਵੱਲੋਂ ਜ਼ਮੀਨ ਤੇ ਮਾਰ ਕਰਨ ਦੀ ਸਮਰੱਥਾ ਰੱਖਣ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ 5 ਦਾ ਸਫਲ ਪਰੀਖਣ ਕੀਤਾ ਹੈ। ਅਗਨੀ 5 ਮਿਜ਼ਾਈਲ ਉੱਚ ਪੱਧਰ ਸਟੀਕਤਾ ਦੇ ਨਾਲ 5000 ਕਿਲੋਮੀਟਰ ਦੂਰੀ ਦੇ ਟੀਚੇ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਸਮਰੱਥ ਹੈ, ਜਿਸ ਦਾ ਪਰੀਖਣ ਬੁੱਧਵਾਰ ਨੂੰ ਕੀਤਾ ਗਿਆ। ਅਗਨੀ 5 ਦਾ ਸਫਲ ਪਰੀਖਣ ਭਰੋਸੇਯੋਗ ਘੱਟੋ ਘੱਟ ਰੋਕਥਾਮ ਵਾਲਾ ਸਮਰੱਥ ਹਾਸਲ ਕਰਨ ਦੀ ਭਾਰਤ ਦੀ ਨੀਤੀ ਦੇ ਸਮਾਨ ਹੈ। ਜ਼ਿਕਰਯੋਗ ਹੈ ਕਿ
ਜ਼ਮੀਨ ਤੋਂ ਜ਼ਮੀਨ ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦਾ ਸਭ ਤੋਂ ਪਹਿਲਾ ਟੈਸਟ ਸਾਲ 2012 ਦੇ ਵਿੱਚ ਹੋਇਆ ਸੀ। ਭਾਰਤ ਪਹਿਲਾਂ ਹੀ ਅਗਨੀ 1, 2, 3 ਮਿਜ਼ਾਈਲ ਨੂੰ ਕਾਰਜਸ਼ੀਲ ਤੌਰ ਤੇ ਤਾਇਨਾਤ ਕਰ ਚੁੱਕਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਤਿੰਨਾਂ ਮਿਜ਼ਾਈਲ ਪਾਕਿਸਤਾਨ ਦੇ ਵੱਲੋਂ ਉੱਠ ਰਹੇ ਖਤਰਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ, ਜਦਕਿ ਅਗਨੀ 5 ਨੂੰ ਖਾਸ ਤੌਰ ਤੇ ਚੀਨ ਦੇ ਵੱਲੋਂ ਮਿਲ ਰਹੀਆਂ ਚੁਣੌਤੀਆਂ ਦੇ ਲਈ ਤਿਆਰ ਕੀਤਾ ਗਿਆ। ਅਗਨੀ 5 ਦੀ ਪਹੁੰਚ ਚੀਨ ਦੇ ਹਰ ਇਲਾਕੇ ਤੱਕ ਹੈ। ਉਧਰ ਹਰਿਆਣਾ ਦੇ ਬਹਾਦੁਰਗੜ੍ਹ ਦੇ ਵਿੱਚ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ ਤੇ ਵਾਪਰੀ ਹੈ, ਜਿੱਥੇ ਡਿਵਾਈਡਰ ਤੇ ਬੈਠੀਆਂ ਕਿਸਾਨ ਬੀਬੀਆਂ ਦੇ ਉੱਪਰ ਟਰੱਕ ਚੜ੍ਹ ਗਿਆ ਸੀ। ਇਸ ਹਾਦਸੇ ਦੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੀਬੀਆਂ ਘਰ ਜਾਣ ਦੇ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਮੌਕੇ ਤੇ 2 ਕਿਸਾਨ ਬੀਬੀਆਂ ਦੀ ਮੌਤ ਹੋ ਗਈ, ਜਦਕਿ ਇੱਕ ਨੇ ਹਸਪਤਾਲ ਦੇ ਵਿੱਚ ਹੀ ਦਮ ਤੋੜ ਦਿੱਤਾ। ਇੱਕ ਮ੍ਰਿਤਕ ਬੀਬੀ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਸਨ ਅਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੀ ਸੀ। ਕਿਸਾਨ ਰੋਟੇਸ਼ਨ ਦੇ ਤਹਿਤ ਹੁਣ ਅੰਦੋਲਨਕਾਰੀ ਕਿਸਾਨ ਬੀਬੀਆਂ ਵਾਪਸ ਘਰ ਜਾ ਰਹੀਆਂ ਨੇ। ਆਟੋ ਦੇ ਵਿੱਚ ਬੈਠ ਕੇ ਉਹਨਾਂ ਨੇ ਰੇਲਵੇ ਸਟੇਸ਼ਨ ਜਾਣਾ ਸੀ। ਫਿਲਹਾਲ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਕੋਰੋਨਾ ਮਹਾਮਾਰੀ ਘਟਣ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ ਵੱਧਦਾ ਹੀ ਜਾ ਰਿਹਾ। ਜ਼ਿਲ੍ਹੇ ਦੇ ਵਿੱਚ ਆ ਰਹੇ ਮਰੀਜ਼ ਸਿਵਲ ਹਸਪਤਾਲ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਪੁੱਜ ਰਹੇ ਨੇ। ਅੱਜ ਸਿਵਲ ਹਸਪਤਾਲ ਦੇ ਭਾਈ ਕਨਈਆ ਐਮਰਜੈਂਸੀ ਵਾਰਡ ਦੇ ਵਿੱਚ 4 ਮਰੀਜ਼ ਦਾਖਲ ਹੋਏ ਨੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਊਟੀ ਹਾਜ਼ਰ ਸਟਾਫ ਨੇ ਦੱਸਿਆ ਕਿ ਇਹ ਚਾਰੇ ਕੇਸ ਸਿਵਲ ਹਸਪਤਾਲ ਦੇ ਸਟਾਫ ਦੇ ਹਨ, ਜੋ ਕਿ ਡੇਂਗੂ ਪੀੜਤ ਪਾਏ ਗਏ ਨੇ ਤੇ ਉਹ ਇਲਾਜ ਅਧੀਨ ਐਮਰਜੈਂਸੀ ਦੇ ਵਿੱਚ ਦਾਖਲ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਵਿੱਚ 61, ਕੋਟਕਪੂਰਾ ਦੇ ਵਿੱਚ 205, ਜੈਤੋ 'ਚ 56, ਜੰਡ ਸਾਹਿਬ ਵਿੱਚ 8, ਬਾਜਾਖਾਨਾ 'ਚ 21 ਡੇਂਗੂ ਦੇ ਕੇਸ ਪ੍ਰਾਪਤ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਫਰੀਦਕੋਟ 32, ਕੋਟਕਪੂਰਾ 127, ਜੈਤੋ 16, ਜੰਡ ਸਾਹਿਬ 'ਚ 2 ਡੇਂਗੂ ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਨੇ, ਜਦਕਿ ਫਰੀਦਕੋਟ ਦੇ ਵਿੱਚ 28, ਕੋਟਕਪੂਰਾ 'ਚ 77, ਜੰਡ ਸਾਹਿਬ 'ਚ 6 ਤੇ ਬਾਜਾਖਾਨਾ 'ਚ 12 ਕੇਸ ਇਸ ਵੇਲੇ ਐਕਟਿਵ ਨੇ। ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਨੇ ਬੀਤੇ ਦਿਨੀ ਰਿਪੋਰਟ ਦੇ ਅਨੁਸਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਡੇਂਗੂ ਮਰੀਜ਼ਾਂ ਦੇ ਕੇਸ 351 ਪ੍ਰਾਪਤ ਹੋਏ ਨੇ, ਜਿਨ੍ਹਾਂ ਦੇ ਵਿੱਚ 185 ਮਰੀਜ਼ ਤੰਦਰੁਸਤ ਹੋ ਕੇ ਘਰ ਚਲੇ ਗਏ ਨੇ ਅਤੇ 162 ਡੇਂਗੂ ਐਕਟਿਵ ਨਜ਼ਰ ਆ ਰਹੇ ਨੇ। 4 ਦੀ ਡੇਂਗੂ ਦੇ ਨਾਲ ਮੌਤ ਹੋ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। उधर केंद्रीय गृह मंत्री अमित शाह ने कहा कि आजादी तो बाद नरेंद्र मोदी देश के सब तो सफल प्रधानमंत्री रहे। राष्ट्रीय स्वयं सेवक संघ ਦੇ ਨਾਲ ਜੁੜੀ ਇੱਕ ਸੰਸਥਾ ਦੇ ਵੱਲੋਂ ਆਯੋਜਿਤ ਇੱਕ ਸੰਮੇਲਨ ਦੇ ਵਿੱਚ ਬੋਲਦਿਆਂ ਸ਼ਾਹ ਨੇ ਕਿਹਾ ਕਿ ਗਰੀਬ ਤੋਂ ਗਰੀਬ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ, ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਉਸ ਨੂੰ ਖੁਸ਼ਹਾਲ ਬਣਾਉਣ ਅਤੇ ਦੇਸ਼ ਨੂੰ ਮਾਣ ਵਾਲੀ ਦੁਨੀਆ ਦੇ ਵਿੱਚ ਸਿਖਰ ਤੱਕ ਲਿਜਾਣ ਵਰਗੇ ਕੰਮ ਜਦੋਂ ਇਕੱਠੇ ਹੁੰਦੇ ਨੇ ਤਾਂ ਸਫਲ ਇੱਕ ਸਰਕਾਰ ਬਣਦੀ ਹੈ। ਇਹਨਾਂ ਸਭ ਨੂੰ ਜੋ ਇਕੱਠਾ ਕਰਦਾ ਹੈ ਉਹ ਸਫਲ ਹੁਕਮਰਾਨ ਕਹਾਉਂਦਾ ਹੈ। ਮੋਦੀ ਆਪਣੇ ਆਪ ਨੂੰ ਬੇਸ਼ੱਕ ਨਿਮਰਤਾ ਪੂਰਵਕ ਪ੍ਰਧਾਨ ਸੇਵਕ ਕਹਿਣ, ਪਰ ਮੈਂ ਕਹਿ ਸਕਦਾ ਹਾਂ ਕਿ ਸਭ ਤੋਂ ਸਫਲ ਪ੍ਰਧਾਨ ਆਜ਼ਾਦੀ ਤੋਂ ਬਾਅਦ ਜੇਕਰ ਕੋਈ ਹੋਇਆ ਹੈ ਤਾਂ ਉਹ ਸਿਰਫ ਨਰਿੰਦਰ ਮੋਦੀ ਹੀ ਹੋਏ ਨੇ। ਸ਼ਾਹ ਨੇ ਕਿਹਾ ਕਿ ਮੋਦੀ ਨੇ ਸਭ ਬਿੰਦੂਆਂ ਨੂੰ ਇਕੱਠਾ ਕਰਕੇ ਭਾਰਤ ਦੇ ਮਾਣ ਅਤੇ ਭਾਰਤ ਦੇ ਵਿਕਾਸ ਦਾ ਇੱਕ ਗੁਲਦਸਤਾ ਬਣਾਇਆ ਹੈ। ਵਿਰੋਧੀ ਧਿਰ ਤੇ ਨਿਸ਼ਾਨਾ ਵਿੰਨ੍ਹਦਿਆਂ ਉਹਨਾਂ ਨੇ ਕਿਹਾ ਕਿ 2014 ਦੇ ਆਉਂਦੇ ਦੇਸ਼ ਦੇ ਵਿੱਚ ਰਾਮ ਰਾਜ ਦੀ ਕਲਪਨਾ ਖਤਮ ਹੋ ਚੁੱਕੀ ਸੀ। ਲੋਕਾਂ ਦੇ ਮਨ ਦੇ ਵਿੱਚ ਡਰ ਸੀ ਕਿ ਕਿਤੇ ਬਹੁਮੰਤਵੀ ਲੋਕ ਰਾਜੀ ਸੰਸਥਾ ਵਿਵਸਥਾ ਫੇਲ ਤਾਂ ਨਹੀਂ ਹੋਗੀ। ਮੋਦੀ ਤੇ ਦੇਸ਼ ਦੇ ਲੋਕਾਂ ਤੇ ਭਰੋਸਾ ਕੀਤਾ ਤੇ ਉਹਨਾਂ ਨੇ ਦੇਸ਼ ਦੀ ਰਾਜਗੱਦੀ ਸੌਂਪੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਯਾਨੀ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਉਹ ਬੁੱਧਵਾਰ ਰਾਤ ਨੂੰ ਦਿੱਲੀ ਪਹੁੰਚ ਗਏ ਨੇ। ਅਮਰਿੰਦਰ ਦੇ ਨਾਲ ਖੇਤੀਬਾੜੀ ਦੇ 25 ਮਾਹਰ ਵੀ ਹੋਣਗੇ। ਸ਼ਾਹ ਦੇ ਨਾਲ ਅਮਰਿੰਦਰ ਵਿਵਾਦਿਤ ਖੇਤੀ ਸੁਧਾਰ ਕਾਨੂੰਨਾਂ ਤੇ ਚਰਚਾ ਵੀ ਕਰਨਗੇ। ਅਮਰਿੰਦਰ ਨੇ ਸ਼ਾਹ ਤੋਂ ਮੁਲਾਕਾਤ ਦੇ ਲਈ ਸਮਾਂ ਮੰਗਿਆ ਹੈ। ਉਹ ਸ਼ਾਮ ਨੂੰ ਸ਼ਾਹ ਨੂੰ ਮਿਲ ਸਕਦੇ ਨੇ। ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ 3 ਵਾਰ ਸ਼ਾਹ ਨੂੰ ਮਿਲ ਚੁੱਕੇ ਨੇ। ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਸ਼ਾਹ ਦੇ ਨਾਲ ਗੱਲਬਾਤ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਕੋਲ ਫਿਲਹਾਲ ਕੋਈ ਹੋਰ ਫਾਰਮੂਲਾ ਨਹੀਂ ਹੈ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਗੱਲ ਕਰਨਗੇ। ਗੱਲਬਾਤ ਦੌਰਾਨ ਹੀ ਕੋਈ ਫਾਰਮੂਲਾ ਸਾਹਮਣੇ ਆ ਸਕਦਾ ਹੈ। ਅਮਰਿੰਦਰ ਨੇ ਵੀ ਸਪਸ਼ਟ ਕੀਤਾ ਕਿ ਵਫਦ ਗੈਰ ਸਿਆਸੀ ਹੋਵੇਗਾ। ਹਾਲਾਂਕਿ ਉਹਨਾਂ ਨੇ ਅਜੇ ਤੱਕ ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂਆਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮੋਰਚਾ ਦਿੱਲੀ ਸਰਹੱਦ ਦੇ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਕੈਪਟਨ ਅਮਰਿੰਦਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਕੇਂਦਰ ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਪਰਕ ਦੇ ਵਿੱਚ ਹੈ। ਹਾਲਾਂਕਿ ਜ਼ਾਹਰ ਤੌਰ ਤੇ ਘੱਟ ਮੀਟਿੰਗਾਂ ਹੋਈਆਂ ਨੇ, ਪਰ ਬੈਕ ਚੈਨਲ ਦੇ ਨਾਲ ਗੱਲਬਾਤ ਜਾਰੀ ਹੈ। ਇਸ ਰਾਹੀਂ ਖੇਤੀ ਸੁਧਾਰ ਕਾਨੂੰਨ ਅਤੇ ਕਿਸਾਨ ਅੰਦੋਲਨ ਦਾ ਹੱਲ ਕੱਢਣ ਦੇ ਲਈ ਵਿਚਾਰ ਵਟਾਂਦਰਾ ਵੀ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਦੇ ਇਸ ਸਟੈਂਡ ਤੋਂ ਸਪਸ਼ਟ ਹੈ ਕਿ ਕਿਸਾਨ ਅੰਦੋਲਨ ਦਾ ਹੱਲ ਹੋਣ ਤੋਂ ਬਾਅਦ ਹੀ ਉਹਨਾਂ ਦੀ ਨਵੀਂ ਪਾਰਟੀ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਪਾਰਟੀ ਦਾ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਕੈਪਟਨ ਇਸ ਨੂੰ ਸਸਪੈਂਸ ਰੱਖਣਾ ਚਾਹੁੰਦੇ ਨੇ ਤਾਂ ਜੋ ਪੰਜਾਬ ਚੋਣਾਂ ਦਾ ਐਲਾਨ ਹੋਣ ਤੱਕ ਉਹਨਾਂ ਦੇ ਸਿਆਸੀ ਦਾਅ ਨੂੰ ਉਤਸੁਕਤਾ ਬਣੀ ਰਹੇ। ਇਹ ਤਾਂ ਪਹਿਲਾਂ ਹੀ ਸਪਸ਼ਟ ਸੀ ਕਿ ਕੈਪਟਨ ਦੀ ਨਵੀਂ ਪਾਰਟੀ ਦੀ ਨੀਂਹ ਕਿਸਾਨੀ ਲਹਿਰ ਦੇ ਖਤਮ ਹੋਣ ਤੋਂ ਬਾਅਦ ਹੀ ਰੱਖੀ ਜਾਵੇਗੀ। ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਕਿਸਾਨਾਂ ਦੇ ਮੁੱਦੇ ਤੇ ਕੈਪਟਨ ਪਹਿਲਾਂ ਹੀ ਸਟੈਂਡ ਲੈ ਚੁੱਕੇ ਨੇ।
ਉਧਰ ਪੰਜਾਬ ਕਾਂਗਰਸ ਨੂੰ ਇਸ ਵੇਲੇ ਭਾਜੜਾ ਪੈ ਚੁੱਕੀਆਂ ਨੇ, ਜਿਸ ਕਰਕੇ ਪਹਿਲਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ। ਹੁਣ ਅਚਾਨਕ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੀ ਰਾਹੁਲ ਗਾਂਧੀ ਦਾ ਫੋਨ ਆਇਆ। ਚੰਨੀ ਉਸ ਵੇਲੇ ਰੋਪੜ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਹੋਏ ਸਨ। ਉੱਥੋਂ ਹੀ ਤੁਰੰਤ ਦਿੱਲੀ ਉਹ ਰਵਾਨਾ ਹੋ ਗਏ। ਇਸ ਹਲਚਲ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਦੇ ਐਲਾਨ ਤੇ ਅਰੂਸਾ ਆਲਮ ਵਿਵਾਦ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਸਕਦਾ ਹੈ। ਕੈਪਟਨ ਨੇ ਅੱਜ ਆਪਣੀ ਨਵੀਂ ਪਾਰਟੀ ਦੇ ਲਈ ਚੋਣ ਕਮਿਸ਼ਨ ਦੇ ਵਿੱਚ ਅਰਜ਼ੀ ਦੇ ਦਿੱਤੀ ਹੈ। ਚੋਣ ਨਿਸ਼ਾਨ ਮਿਲਣ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਕੈਪਟਨ ਦੀ ਨਵੀਂ ਪਾਰਟੀ ਕਾਂਗਰਸੀਆਂ ਦੇ ਲਈ ਵੱਡੀ ਚੁਣੌਤੀ ਸਿੱਧ ਹੋ ਸਕਦੀ ਹੈ। ਦੂਜੇ ਪਾਸੇ ਅਰੂਸਾ ਵਿਵਾਦ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਕਾਫੀ ਨਾਰਾਜ਼ ਦੱਸੀ ਜਾਂਦੀ ਹੈ। ਖਾਸ ਤੌਰ ਤੇ ਇਸ ਵਿਵਾਦ ਦੇ ਵਿੱਚ ਕੈਪਟਨ ਨੇ ਸੋਨੀਆ ਗਾਂਧੀ ਨੂੰ ਵੀ ਘਸੀਟ ਲਿਆ, ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਹਲਚਲ ਮਚ ਗਈ ਹੈ। ਇਸ ਕਾਰਨ ਪਹਿਲਾਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਦਿੱਲੀ ਤਰਫ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮੁੱਦੇ ਤੇ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਦੀ ਖਰੀਆਂ ਸੁਣਨੀਆਂ ਪੈ ਸਕਦੀਆਂ ਨੇ। ਰੰਧਾਵਾ ਨੇ ਵੀ ਇਹ ਕਹਿ ਕੇ ਵਿਵਾਦ ਸ਼ੁਰੂ ਕੀਤਾ ਸੀ ਕਿ ਅਰੂਸਾ ਦੇ ਨਾਲ ISI ਦੇ ਨਾਲ ਕਨੈਕਸ਼ਨ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪੂਰੇ ਕਾਂਡ ਦੇ ਮੁੱਢ ਵਿੱਚ ਨਵਜੋਤ ਸਿੱਧੂ ਵੀ ਦੱਸੇ ਜਾ ਰਹੇ ਨੇ। ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਦੇ ਨਾਲ ਮੀਟਿੰਗ ਕੀਤੀ, ਜਿਸ ਦੇ ਵਿੱਚ ਸਿੱਧੂ ਨੇ ਅਰੂਸਾ ਵਿਵਾਦ ਤੇ ਵੀ ਇਤਰਾਜ਼ ਜਤਾਇਆ। ਇਸ ਤੋਂ ਇਲਾਵਾ DGP ਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੇ ਵੀ ਸਵਾਲ ਉਠਾਏ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੇ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।